ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੇ ਪਿੰਜਰ ਕੈਮਲੂਪਸ ਤੋਂ ਮਿਲੇ ਆ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕੀ ਉਥਲ ਪੁਥਲ ਹੋ ਰਹੀ ਆ। ਨਾਲ ਗੱਲਾਂ ਕਰਾਂਗੇ ਵੀਕਐਂਡ ਦੇ ਉੱਤੇ ਜਿਹੜੀ ਟਰੱਕ ਚਾਲਕਾਂ ਦੀ ਇੱਕ ਵੱਡੀ ਇਕੱਤਰਤਾ ਜਿਹੜੀ ਹੋਈ ਆ, ਕੀ ਪਰੇਸ਼ਾਨੀਆਂ ਝੱਲ ਰਹੇ ਆ। BC ਦੇ ਤਨਖਾਹਾਂ ਵੱਧ ਜਾਣੀਆਂ ਕੱਲ੍ਹ ਤੋਂ, ਕਿੰਨੀ ਕੁ ਤਨਖਾਹ ਕਿਸੇ ਦੀ ਵੱਧ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਭਾਰਤ ਸਰਕਾਰ ਦੇ ਹੱਕ 'ਚ 2 ਫੈਸਲੇ ਦਿੱਤੇ। ਉਹਨਾਂ ਫੈਸਲਿਆਂ ਦਾ ਜ਼ਿਕਰ ਕਰਦਿਆਂ ਗੱਲ ਕਰਾਂਗੇ ਕਿਸਾਨ ਆਗੂਆਂ ਦੀ, ਜਿਨ੍ਹਾਂ ਨੇ 3 ਦਿਨਾਂ ਦੇ ਵਾਸਤੇ ਇੱਕ ਯੂਨੀਅਨ ਨੇ ਪਟਿਆਲੇ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਹੋਇਆ। ਅਤੇ ਕਾਂਗਰਸੀਆਂ ਦਾ ਹੁਣ ਕਿਸ ਸ਼ਰਤ ਦੇ ਉੱਤੇ ਸਮਝੌਤਾ ਹੋ ਸਕਦਾ, ਦਿੱਲੀ ਦੇ ਵਿੱਚ ਕੀ ਖਿਚੜੀ ਪੱਕ ਰਹੀ ਹੈ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। BC ਦੇ ਵਿੱਚ ਕੈਨੇਡਾ ਦੇ ਵਿੱਚ ਇਸ ਵੇਲੇ ਜੇ ਕੋਈ ਗੱਲ ਚੱਲ ਰਹੀ ਆ ਤਾਂ ਉਹੀ ਕਿ ਜੋ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਲਾਸ਼ਾਂ ਅਤੇ ਉਸ ਤੋਂ ਬਾਅਦ ਪਿੰਜਰ ਜਿਹੜੇ ਆ ਉਹ ਕੈਮਲੂਪਸ ਦੇ ਲਾਗਿਓਂ ਇੱਕ ਰੈਜ਼ੀਡੈਂਸ਼ੀਅਲ ਸਕੂਲ ਵਿੱਚੋਂ ਮਿਲੇ ਆ। ਉਹ ਯਕੀਨ ਨਹੀਂ ਆ ਰਿਹਾ ਕਿ ਇੰਨੇ ਜ਼ੁਲਮ ਇਹਨਾਂ ਬੱਚਿਆਂ ਦੇ ਉੱਤੇ ਹੰਢਾਏ ਹੋਣਗੇ। 3 ਸਾਲ ਤੋਂ ਬੱਚੇ ਜਿਹੜੇ ਆ ਉੱਪਰ ਸੀਗੇ ਇਹ, ਅਤੇ ਇਹਨਾਂ ਦੇ ਜਿਹੜੇ ਪਿੰਜਰ ਹੈਗੇ ਆ ਉਹ ਇੱਕ ਸਕੂਲ ਦੇ ਵਿੱਚੋਂ ਜਿਹੜੇ ਆ ਬਰਾਮਦ ਹੋਏ ਆ। ਅਤੇ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਅਜਿਹੇ ਹੋਰ ਕਿੰਨੇ ਕੁ ਸਕੂਲ ਹੋਣਗੇ ਅਤੇ ਹੋਰ ਕਿੰਨੇ ਕੁ ਅਦਾਰੇ ਹੋਣਗੇ ਜਿੱਥੇ ਕਿ ਅਜਿਹੇ ਕਬਰਸਤਾਨ ਜਿਹੜੇ ਆ ਲੱਭ ਸਕਦੇ ਆ। ਇਹ ਚਰਚਾ ਜਿਹੜੀ ਆ ਜ਼ੋਰਾਂ ਦੇ ਉੱਤੇ ਆ। ਵੀਕਐਂਡ ਦੇ ਉੱਤੇ ਤਰ੍ਹਾਂ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 215 ਜਿਹੜੇ ਆ ਨਿੱਕੇ ਸ਼ੂ ਜਿਹੜੇ ਆ ਜੁੱਤੀਆਂ ਰੱਖ ਕੇ ਵੈਨਕੂਵਰ ਡਾਊਨਟਾਊਨ ਦੇ ਵਿੱਚ ਇੱਕ ਬਹੁਤ ਹੀ ਹਿਰਦੇ ਵੇਦਕ ਜਿਹੜਾ ਮੁਜ਼ਾਹਰਾ ਕੀਤਾ ਗਿਆ। ਬੜਾ ਦਿਲ ਕੰਬਾਊ ਇਹ ਸੀਨ ਸੀਗਾ ਉਹਨਾਂ ਬੱਚਿਆਂ ਨੂੰ ਯਾਦ ਕਰਨ ਦਾ। ਇਸ ਦੇ ਨਾਲ ਹੀ ਪੂਰੇ ਕੈਨੇਡਾ ਦੇ ਵਿੱਚ ਹਰ ਸੂਬੇ ਦੇ ਵਿੱਚ ਇਹਨਾਂ ਬੱਚਿਆਂ ਨੂੰ ਯਾਦ ਕਰਨ ਦੇ ਵਾਸਤੇ ਅੱਡ ਤਰੀਕੇ ਅਪਣਾਏ ਗਏ ਆ। ਸਰੀ ਦੇ ਵਿੱਚ 215 ਘੰਟੇ ਦੇ ਵਾਸਤੇ ਮੇਅਰ ਡਗ ਮਕੱਲਮ ਨੇ ਐਲਾਨ ਕੀਤਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਝੰਡੇ ਜਿਹੜੇ ਆ ਉਹ ਨੀਵੇਂ ਰਹਿਣਗੇ, ਅੱਧੇ ਝੁੱਲਣਗੇ। ਇਸ ਦੇ ਨਾਲ ਹੀ ਗੱਲ ਕਰੀਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੀ, ਤਾਂ ਉਹਨਾਂ ਨੇ ਵੀ ਇਹੀ ਐਲਾਨ ਕੀਤਾ ਕਿ ਪਾਰਲੀਮੈਂਟ ਪੀਸ ਟਾਵਰ ਫਲੈਗ ਤੋਂ ਲੈ ਕੇ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਹੈਗੀਆਂ ਕੈਨੇਡਾ ਦੀਆਂ ਉੱਥੇ ਉਹਨਾਂ ਦੇ ਕੈਨੇਡਾ ਦੇ ਝੰਡੇ ਜਿਹੜੇ ਆ ਉਹ ਇਹਨਾਂ 215 ਪੀੜਤਾਂ ਦੀ ਯਾਦ ਦੇ ਵਿੱਚ ਅੱਧੇ ਜਿਹੜੇ ਆ ਉਹ ਝੁੱਲਣਗੇ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਮੌਕੇ ਬੜੀਆਂ ਜਿਹੜੀਆਂ ਕਹਿ ਲਓ ਦਿਲ ਨੂੰ ਲੱਗਣ ਵਾਲੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਵੀ ਸਾਨੂੰ ਇਹ ਮੰਨਣਾ ਪੈਣਾ ਕਿ ਇਹ ਕੈਨੇਡੀਅਨ ਇਤਿਹਾਸ ਦਾ ਇੱਕ ਕਾਲਾ ਅਧਿਆਇ ਆ। ਇਹ ਕੈਨੇਡਾ ਦੀ ਹਿਸਟਰੀ ਜਿਹੜੀ ਹੈ ਸਾਡੇ ਸਾਰਿਆਂ ਦੇ ਮੱਥੇ ਦੇ ਉੱਤੇ ਇੱਕ ਬਦਨੁਮਾ ਦਾਗ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੀ ਕਹਿਰੀ ਗੱਲ ਆ, ਇਹ ਕੋਈ ਇਕੱਲਾ ਕਹਿਰਾ ਇੰਸੀਡੈਂਟ ਆ, ਨਹੀਂ, ਇਹ ਇੱਕ ਬੜਾ ਯੋਜਨਾਬੱਧ ਤਰੀਕੇ ਦੇ ਨਾਲ ਸਾਰਾ ਕੁਛ ਹੋਇਆ ਅਤੇ ਸਾਨੂੰ ਇਹ ਕੌੜੀ ਸੱਚਾਈ ਨੂੰ ਮੰਨਣਾ ਪੈਣਾ, ਇਹਨੂੰ ਫੇਸ ਕਰਨਾ ਪੈਣਾ। ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਜੋ ਉਹਨਾਂ ਦੇ ਵਿੱਚ ਜ਼ੁਲਮ ਹੋਇਆ, ਇੱਕ ਸੱਚਾਈ ਹੈ, ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਅਤੇ ਇਹ ਵੀ ਇੱਕ ਸੱਚਾਈ ਹੈ ਕਿ ਇਹ ਟ੍ਰੈਜਡੀ ਕੈਨੇਡਾ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਦੀ ਅੱਖ ਹੇਠ ਨੱਕ ਹੇਠ ਜਿਹੜੀ ਆ ਹੋਈ ਆ। ਉਹ ਕਹਿੰਦੇ ਇਹਦੀ ਸਾਨੂੰ ਮਾਲਕੀ ਜਿਹੜੀ ਆ ਲੈਣੀ ਪੈਣੀ ਆ। ਵੀ ਹੈਵ ਟੂ ਓਨ ਇਟ ਕਿ ਇਹ ਗਲਤੀ ਆ ਸਾਡੇ ਵਡੇਰਿਆਂ ਦੀ ਜਿਹੜੀ ਆ ਗਲਤੀ ਆ ਕਿ ਉਹਨਾਂ ਦੇ ਰਾਜ ਦੇ ਵਿੱਚ ਅਜਿਹਾ ਹੋਇਆ। ਅਤੇ ਉਹਨਾਂ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਮੈਂ ਇਸ ਗੱਲ ਦੀ ਸਪੋਰਟ ਕਰਦਾ ਹਾਂ ਕਿ ਹੋਰ ਵੀ ਅਦਾਰਿਆਂ ਦੇ ਵਿੱਚ ਹੋਰ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਆਲੇ ਦੁਆਲੇ ਜਾਂਚ ਕਰਨੀ ਚਾਹੀਦੀ ਆ ਕਿ ਹੋਰ ਕਿਤੇ ਇਹੋ ਜਿਹੇ ਕਬਰਸਤਾਨ ਤਾਂ ਨਹੀਂ ਹੈਗੇ ਜਿਹੋ ਜਿਹਾ ਕਬਰਸਤਾਨ ਕੈਮਲੂਪਸ ਦੇ ਲਾਗੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਲੱਭਿਆ ਆ। ਹੋਇਆ ਅਸਲ ਇਹ ਕਿ ਜਿਹੜੇ NDP ਦੇ ਆਗੂ ਜਗਮੀਤ ਸਿੰਘ ਆ ਉਹਨਾਂ ਨੇ ਬੜੀ ਸਖਤੀ ਦੇ ਨਾਲ ਇਹ ਗੱਲ ਜਿਹੜੀ ਆ ਚੱਕੀ ਸੀਗੀ, ਮੰਗ ਕੀਤੀ ਸੀਗੀ ਕਿ ਜੇ ਇਹ ਕੈਮਲੂਪਸ ਦੇ ਵਿੱਚ ਹੋ ਸਕਦਾ ਹੈ ਤਾਂ ਹੋਰ ਵੀ ਬਹੁਤ ਥਾਂ ਦੇ ਉੱਤੇ ਅਜਿਹੇ ਜਿਹੜੇ ਕਬਰਸਤਾਨ ਮਿਲ ਸਕਦੇ ਆ। ਕਿਉਂਕਿ ਰੈਜ਼ੀਡੈਂਸ਼ੀਅਲ ਸਕੂਲ ਚਲਾਉਣ ਦਾ ਜਿਹੜਾ ਆ ਟੀਚਾ ਸੀਗਾ, ਜੋ ਮਕਸਦ ਸੀਗਾ, ਉਹ ਲਗਭਗ ਸੇਮ ਸੀਗਾ। ਹੁਣ ਜੇ ਆਪਾਂ ਗੱਲ ਕਰ ਰਹੇ ਹਾਂ ਮਕਸਦ ਦੀ, ਤਾਂ ਮਕਸਦ ਕੀ ਸੀਗਾ ਇਹਦੇ ਬਾਰੇ ਜਿਹੜੇ ਕਿ ਬਿਸ਼ਪ ਵਾਈਟਲ ਗ੍ਰੈਂਡਨ ਨੇ 1875 ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਸੀਗਾ। ਉਹ ਕਹਿੰਦੇ ਵੀ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਚਲਾਉਣ ਦਾ ਸਾਡਾ ਮਕਸਦ ਕੀ ਆ, ਅਤੇ ਉਹ ਮਕਸਦ ਦੇ ਵਿੱਚ ਗਾਂਹ ਜਾ ਕੇ ਵਿਸਥਾਰ 'ਚ ਦੱਸਦੇ ਆ ਕਿ ਅਸੀਂ ਜਿਹੜੇ ਬੱਚੇ ਨੇ ਇਹ ਮੂਲ ਨਿਵਾਸੀਆਂ ਦੇ ਬੱਚੇ ਆ, ਇਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਹੀ ਪ੍ਰਤੀ, ਇਹਨਾਂ ਦੇ ਮੂਲ ਪ੍ਰਤੀ ਇੰਨੀ ਕੁ ਜਿਹੜੀ ਆ ਦੁਰਭਾਵਨਾ, ਘ੍ਰਿਣਾ ਭਰ ਦਿਆਂਗੇ ਕਿ ਆਪਣੇ ਮੂਲ ਦੇ ਨਾਲ ਇਹ ਨਫ਼ਰਤ ਕਰਨ ਲੱਗ ਪੈਣਗੇ। ਇਹਨਾਂ ਨੂੰ ਉਹਦੇ ਨਾਲ ਹੀ ਘ੍ਰਿਣਾ ਹੋ ਜਾਊਗੀ ਜਿਹੜਾ ਇਹਨਾਂ ਦਾ ਓਰੀਜਨ ਹੈਗਾ ਆ। ਅਤੇ ਜੇ ਇੱਥੋਂ ਇਹ ਗ੍ਰੈਜੂਏਟ ਕਰ ਗਏ, ਜਦੋਂ ਇੱਥੋਂ ਗ੍ਰੈਜੂਏਟ ਕਰ ਗਏ ਤਾਂ ਇਹਨਾਂ ਦੇ ਵਿੱਚ ਸਿਵਾਏ ਇਹਨਾਂ ਦੇ ਮੂਲ ਨਿਵਾਸੀ ਖੂਨ ਦੇ ਹੋਰ ਕੁਛ ਨਹੀਂ ਹੋਊਗਾ। ਸੋ ਮਤਲਬ ਕਿ ਇਹਨਾਂ ਦੀ ਬੋਲੀ, ਧਰਮ, ਵਿਰਸਾ, ਕਦਰਾਂ ਕੀਮਤਾਂ, ਰੀਤੀ ਰਿਵਾਜ ਸਾਰਾ ਕੁਛ ਜਿਹੜੇ ਆ ਧੋ ਦਿੱਤੇ ਜਾਣਗੇ। ਉਹਨਾਂ ਦੇ ਦਿਮਾਗਾਂ ਵਿੱਚੋਂ ਸਾਰਾ ਕੁਛ ਬ੍ਰੇਨ ਵਾਸ਼ ਕੀਤਾ ਜਾ ਚੁੱਕਿਆ ਹੋਊਗਾ। ਸੋ ਇਹ ਟੀਚਾ ਜਿਹੜਾ ਲੈ ਕੇ ਕੈਨੇਡਾ ਭਰ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਚਲਾਏ ਜਾਂਦੇ ਸੀਗੇ। ਅਤੇ ਜਗਮੀਤ ਸਿੰਘ ਉਹਨਾਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਟਰੂਡੋ ਜਿਹੜੇ ਆ ਇਹ ਲੱਭਣ ਕਿ ਹੋਰ ਵੀ ਜਿਹੜੇ ਇਹੋ ਜਿਹੇ ਸਕੂਲ ਹੋ ਸਕਦੇ ਆ ਜਿੱਥੇ ਕਿ ਅਜਿਹੇ ਕਬਰਸਤਾਨ ਮੌਜੂਦ ਹੋ ਸਕਦੇ, ਜਿੱਥੇ ਕਿ ਪਿੰਜਰ ਲੱਭ ਸਕਦੇ ਆ। ਸੋ ਪ੍ਰਧਾਨ ਮੰਤਰੀ ਇਸ ਗੱਲ ਨਾਲ ਸਹਿਮਤ ਨੇ। ਉਹ ਕਹਿੰਦੇ ਵੀ ਅਸੀਂ ਇਸ ਵਾਸਤੇ ਜਾਂਚ ਜਿਹੜੀ ਆ ਹੋਰ ਉਹਦਾ ਘੇਰਾ ਵਧਾਉਣ ਦੀ ਸਪੋਰਟ ਕਰਦੇ ਹਾਂ। ਪਰ ਜਿਹੜੀ ਇੱਕ ਗੱਲ ਹੋਰ ਆ, ਹੁਣ ਜੇ ਆਪਾਂ ਦੇਖਦੇ ਹਾਂ, ਘੱਟੋ ਘੱਟ ਮੈਂ ਦੇਖਦਾ ਹਾਂ ਤਾਂ
ਜਦੋਂ ਮੈਂ ਬੀਤੇ ਪ੍ਰਧਾਨ ਮੰਤਰੀਆਂ ਦੀ ਗੱਲ ਕਰਦਾ ਆ, ਇਹ ਸ਼ਾਸਕਾਂ ਦੀ ਗੱਲ ਕਰਦਾ, ਤਾਂ ਟਰੂਡੋ ਜਿਹੜਾ ਆ ਉਹਨਾਂ ਦੇ ਵਿੱਚੋਂ ਉਹਨਾਂ ਪਹਿਲਿਆਂ ਦੇ ਵਿੱਚ ਸ਼ੁਮਾਰ ਆ ਜਿਹਨੂੰ ਕਿ ਅਸੀਂ ਬਹੁਤ ਚੰਗਾ ਕਹਿ ਸਕਦੇ ਹਾਂ, ਜਿਹੜਾ ਕਿ ਦਰਦ ਰੱਖਦਾ ਲੋਕਾਂ ਦੇ ਲਈ, ਲੋਕਾਂ ਦੀ ਗੱਲ ਕਰਦੇ ਆ। ਲੁਕਾਈ ਦੇ ਵਾਸਤੇ ਉਹਨਾਂ ਨੇ ਅੱਡ ਅੱਡ ਭਾਈਚਾਰਿਆਂ ਕੋਲੋਂ ਜਿਹੜੇ ਪਿੱਛੇ ਧੱਕੇ ਹੋਏ ਉਹਨਾਂ ਵਾਸਤੇ ਮਾਫੀਆਂ ਮੰਗੀਆਂ ਆ। ਪਰ ਇੱਥੇ ਜਿਹੜਾ ਆ ਟਰੂਡੋ ਦਾ ਵੀ ਇੱਕ ਦੋਹਰਾ ਫੇਸ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਮਾਮਲੇ ਦੇ ਵਿੱਚ। ਉਹ ਇਹ ਆ ਕਿ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਟਰੂਡੋ ਸਰਕਾਰ ਮਾਫੀਆਂ ਮੰਗ ਰਹੀ ਹੈ ਇਸ ਵਾਸਤੇ, ਜਾਂਚ ਦਾ ਘੇਰਾ ਵਧਾਉਣ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਆ, ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਮੁਆਵਜ਼ਾ ਵੀ ਦਿੱਤਾ ਜਾਊਗਾ। ਪਰ ਦੂਜੇ ਪਾਸੇ ਜਦੋਂ ਇਹ ਮੂਲ ਵਾਸੀ ਜਿਹੜੇ ਆਪਣੇ ਹੱਕਾਂ ਦੇ ਲਈ ਅਦਾਲਤ ਵਿੱਚ ਦਰਵਾਜ਼ਾ ਖੜਕਾਉਂਦੇ ਆ, ਤਾਂ ਉਹੀ ਸਰਕਾਰ ਜਿਹੜੀ ਆ ਟਰੂਡੋ ਦੀ, ਉਹ ਇਹਨਾਂ ਦੇ ਉਲਟ ਜਾ ਕੇ ਤਾਂ ਕੇਸ ਲੜਦੀ ਆ। ਉਹ ਫਿਰ ਕੇਸ ਕਿਉਂ ਲੜੇ ਜਾਂਦੇ ਆ? ਉਹ ਧਰਤੀ ਦੇ ਮਾਲਕ ਜਿਨ੍ਹਾਂ ਦੇ ਕਰਕੇ ਅੱਜ ਤਾਂ ਸਾਰਾ ਕੁਛ ਅਸੀਂ ਤਰੱਕੀ ਜਿਹੜੀ ਆ ਅਤੇ ਖੁਸ਼ਹਾਲੀ ਹੰਢਾ ਰਹੇ ਹਾਂ, ਉਹਨਾਂ ਨੂੰ ਆਪਣੇ ਹੱਕਾਂ ਤੋਂ ਵੀ ਵਰਵੇ ਕੀਤਾ ਜਾ ਰਿਹਾ। ਅਤੇ ਜੇ ਉਹ ਹੱਕ ਲੈਣ ਦੇ ਵਾਸਤੇ ਅਦਾਲਤ ਵਿੱਚ ਜਾਂਦੇ ਆ ਤਾਂ ਸਰਕਾਰ ਜਿਹੜੀ ਆ ਉਹ ਉਹਨਾਂ ਦੇ ਉਲਟ ਜਾ ਕੇ ਭੁਗਤਦੀ ਆ। ਅਤੇ ਫਿਰ ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਕਿ ਆਪਾਂ ਇਹਨਾਂ ਦੇ ਨਾਲ ਖੜ੍ਹੇ ਹਾਂ? ਸੋ ਜਸਟਿਨ ਟਰੂਡੋ ਵਰਗਾ ਨਰਮ ਦਿਲ ਬੰਦਾ, ਜਸਟਿਨ ਟਰੂਡੋ ਵਰਗਾ ਚੰਗਾ ਬੰਦਾ ਮੈਂ ਕਹੂੰਗਾ, ਜੇ ਉਹਨਾਂ ਦੇ ਰਾਜ ਵਿੱਚ ਜੇ ਅਜਿਹਾ ਕੁਛ ਹੋ ਰਿਹਾ ਆ ਕਿ ਮੂਲ ਵਾਸੀਆਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਆ, ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਚੈਲੰਜ ਕੀਤਾ ਜਾ ਰਿਹਾ, ਤਾਂ ਸ਼ਾਇਦ ਅੱਜ ਦੇ ਸਮੇਂ ਵਿੱਚ ਅਜਿਹੀ ਤੋਂ ਮਾੜੀ ਜਿਹੜੀ ਗੱਲ ਆ ਕੋਈ ਹੋਰ ਨਹੀਂ ਹੋ ਸਕਦੀ। ਸੋ ਪ੍ਰਧਾਨ ਮੰਤਰੀ ਟਰੂਡੋ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜਿਹੜੇ ਇਸ ਮੁਲਕ ਦੇ ਅਸਲ ਮਾਲਕ ਆ ਉਹਨਾਂ ਨੂੰ ਹੱਕ ਜਿਹੜੇ ਆ ਮਿਲਣੇ ਚਾਹੀਦੇ ਆ। ਕੈਨੇਡਾ ਜਿਹੜਾ ਕਿ ਹੋਰ ਬਾਹਰਲੇ ਪਾਸੇ ਮਿਲੀਅਨ ਬਿਲੀਅਨ ਡਾਲਰ ਦੀ ਖੈਰਾਤ ਜਿਹੜੀ ਵੰਡੇ ਆਉਂਦਾ, ਡੋਨੇਸ਼ਨਾਂ ਕੀਤੀਆਂ ਜਾਂਦੀਆਂ, ਅਤੇ ਜਿਹੜੇ ਇਸ ਘਰ ਦੇ ਅਸਲੀ ਮਾਲਕ ਆ ਉਹਨਾਂ ਨੂੰ ਜੇ ਮੁਆਵਜ਼ਾ ਦੇਣ ਲੱਗਿਆ ਹੱਥ ਘੁੱਟਿਆ ਜਾਂਦਾ, ਤਾਂ ਇਦੋਂ ਵੱਧ ਮਾੜੀ ਗੱਲ ਜਿਹੜੀ ਆ ਕੋਈ ਹੋ ਨਹੀਂ ਸਕਦੀ। ਬਾਕੀ ਇੱਕ ਇਸ ਮਾਧਿਅਮ ਦੇ ਰਾਹੀਂ ਆਪਣੇ ਪੰਜਾਬੀਆਂ ਨੂੰ, ਸਾਡੇ ਸਿੱਖਾਂ ਨੂੰ ਜਿਹੜਾ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੂੰਗਾ ਕਿ ਕਈ ਵਾਰੀ ਨਾ ਸਾਡੇ ਮਨਾਂ ਦੇ ਵਿੱਚ ਇਹ ਅਹਿਸਾਸ ਆ ਜਾਂਦਾ ਵੀ ਅਸੀਂ ਬਹੁਤ ਮਾੜੇ ਹਾਂ। ਇਹ ਅਕਸਰ ਗੋਰੀ ਚਮੜੀ ਨੂੰ ਤਾਂ ਅਸੀਂ ਵੈਸੇ ਹੀ ਬਹੁਤ ਚੰਗਾ ਸਮਝਦੇ ਹਾਂ, ਚਾਹੇ ਪੰਜਾਬ 'ਚ ਸੀਗੇ ਰਹਿੰਦੇ, ਚਾਹੇ ਇੱਥੇ। ਜੇ ਕੋਈ ਬੰਦਾ ਥੋੜ੍ਹਾ ਜਿਹਾ ਪੱਕੇ ਰੰਗ ਦਾ, ਉਹਨੂੰ ਅਸੀਂ ਬਹੁਤਾ ਚੰਗਾ ਨਹੀਂ ਸਮਝਦੇ, ਉਹਨੂੰ ਪਸੰਦ ਨਹੀਂ ਕਰਦੇ ਹੈਗੇ, ਚਾਹੇ ਉਹ ਮਰਦ ਆ ਅਤੇ ਚਾਹੇ ਔਰਤ ਆ। ਗੋਰੀ ਚਮੜੀ ਦੇ ਪ੍ਰਤੀ ਸਾਡਾ ਜਿਹੜਾ ਤੇਹ ਆ ਜਾਂ ਉਹਦੇ ਪ੍ਰਤੀ ਵਿਸ਼ਵਾਸ ਆ ਉਹ ਬਹੁਤ ਜ਼ਿਆਦਾ ਆ। ਪਰ ਜਿਹੜੀ ਅਸਲੀਅਤ ਗੱਲ ਇਹ ਹੈ ਕਿ ਜਿਸ ਜਿਹੜਾ ਹੁਣ 215 ਬੱਚਿਆਂ ਦੀਆਂ ਲਾਸ਼ਾਂ ਲੱਭੀਆਂ, ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਇਹਨਾਂ ਬਾਰੇ ਪੜ੍ਹਦੇ ਆ, ਹਾਲਾਂਕਿ ਅੱਡ ਅੱਡ ਮੁਲਕਾਂ ਦੇ ਵਿੱਚ ਬਹੁਤ ਕੁਛ ਇਹਨਾਂ ਨੇ ਕੀਤਾ ਬ੍ਰਿਟਿਸ਼ ਬਸਤੀਵਾਦ ਦੇ ਅਧੀਨ। ਇਹਨਾਂ ਬਾਰੇ ਹੋਰ ਪੜ੍ਹਨ ਦੀ ਲੋੜ ਆ। ਅੱਜ ਕੱਲ੍ਹ ਤਾਂ ਤੁਹਾਡੇ ਕੋਲ ਯੂਟਿਊਬ ਹਰੇਕ ਦੇ ਫੋਨ ਦੇ ਵਿੱਚ ਹੈਗੀ ਆ। ਜਿਹੜੇ ਲੋਕ ਕੋਲ ਸਮਾਂ ਹੈਗਾ ਆ, ਖਾਸ ਕਰਕੇ ਜਿਹੜੇ ਵਿਹਲੇ ਰਹਿੰਦੇ ਆ, ਜਾਂ ਮੰਨ ਲਓ ਵੀ ਕੋਈ ਟਰੱਕ ਜਾਂ ਟੈਕਸੀ ਚਲਾਉਂਦਾ ਵਿੱਚ ਸਮਾਂ ਹੁੰਦਾ ਆ, ਤਾਂ ਯੂਟਿਊਬ ਦੇ ਉੱਤੇ ਰੈਜ਼ੀਡੈਂਸ਼ੀਅਲ ਸਕੂਲ ਪਾ ਕੇ ਸਰਚ ਕਰਿਓ, ਤੁਹਾਨੂੰ ਇੰਨਾ ਕੁ ਮਟੀਰੀਅਲ ਮਿਲ ਜਾਊਗਾ ਦੇਖਣ ਸੁਣਨ ਨੂੰ। ਇੰਟਰਵਿਊਜ਼ ਜਿਹੜੇ ਸਰਵਾਈਵਰ ਹੈਗੇ ਉਹਨਾਂ ਦੀਆਂ, ਤਾਂ ਜੋ ਕੁਛ ਇਹ ਹੋਇਆ, ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਫਿਰ ਪਤਾ ਲੱਗੂਗਾ ਕਿ ਪੰਜਾਬ ਦੇ ਨਾਲ ਕੀ ਹੋ ਰਿਹਾ, ਜੋ ਕੁਛ ਇਹਨਾਂ ਦੇ ਨਾਲ ਹੋ ਰਿਹਾ। ਜਿਹੜੀ ਗੱਲ ਆ ਕਹੀ ਹੈ ਨਾ ਬਿਸ਼ਪ ਨੇ, ਵਾਈਟਲ ਨੇ, ਉਹੀ ਗੱਲ ਜਿਹੜੀ ਸਾਡੇ ਨਾਲ ਹੋ ਰਹੀ ਆ ਕਿ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਵਿੱਚ ਕੌਨਵੈਂਟਾਂ ਦੇ ਜ਼ਰੀਏ, DAVs ਦੇ ਜ਼ਰੀਏ ਇਹ ਗੱਲ ਦਿਮਾਗਾਂ ਦੇ ਵਿੱਚ ਪਾਈ ਜਾ ਰਹੀ ਆ ਕਿ ਜਿਹੜੀ ਤੁਹਾਡਾ ਮੂਲ ਇਹ ਮਾੜਾ ਆ। ਸੋ ਇਸੇ ਕਰਕੇ ਜਿਹੜੇ ਉੱਥੋਂ ਪੜ੍ਹੇ ਲਿਖੇ ਬੱਚੇ ਵੱਡੇ ਵੱਡੇ ਅਫਸਰ ਬਣ ਜਾਂਦੇ ਆ, ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਜਾਂਦੇ ਆ, ਜਿਹੜੀ ਪਰਸਨਲ ਲਾਈਫ 'ਚ ਬਹੁਤ ਤਰੱਕੀ ਕਰ ਜਾਂਦੇ ਆ, ਪਰ ਆਪਣੇ ਖਾਸੇ ਦੇ ਪ੍ਰਤੀ ਕਿਤੇ ਨਾ ਕਿਤੇ ਜਿਹੜਾ ਆ ਉਹਨਾਂ ਨੂੰ ਹੁੰਦਾ ਵੀ ਸਾਡੇ ਬੰਦੇ ਮਾੜੇ ਆ। ਜਿਹੜੀ ਵੀ ਗਲਤੀ ਹੁੰਦੀ ਉਹ ਆਪਣੀ ਗਲਤੀ ਲੱਗੀ ਜਾਂਦੀ ਆ। ਸੋ ਇਹ ਜਿਹੜਾ ਜਾਣ ਕੇ ਤੁਹਾਡੇ ਮਨਾਂ ਵਿੱਚ ਪਾਇਆ ਜਾਂਦਾ ਆ, ਜਿਵੇਂ ਕਿ ਇਹ ਗੱਲ ਮੰਨੀ ਆ ਜਿਹੜੇ ਬਿਸ਼ਪ ਵਾਈਟਲ ਨੇ ਸੀ, ਅਸੀਂ ਜਾਣ ਕੇ ਪਾਉਂਦੇ ਹਾਂ ਮੂਲ ਨਿਵਾਸੀਆਂ ਦੇ ਬੱਚਿਆਂ ਦੇ ਵਿੱਚ, ਤਾਂ ਕਿ ਉਹ ਆਪਣੇ ਆਪਣੀ ਘਟਨਾ ਜਿਹੜੀ ਆ ਕਰਨ ਲੱਗ ਪੈਣ, ਆਪਣੇ ਮੁੱਢ ਨਾਲ ਨਫ਼ਰਤ ਕਰਨ ਲੱਗ ਪੈਣ। ਸੋ ਇਹ ਗੱਲਾਂ ਬੜੀਆਂ ਬਰੀਕੀ ਦੀਆਂ ਸਮਝਣ ਦੀ ਲੋੜ ਆ। ਸੋ ਬੇਨਤੀ ਇਹੀ ਹੈ ਕਿ ਆਪਣੀ ਬੋਲੀ, ਆਪਣੇ ਧਰਮ, ਆਪਣੀ ਕੌਮ, ਆਪਣੀ ਜੰਮਣ ਭੋਇਣ ਦੇ ਨਾਲ, ਆਪਣੇ ਰੀਤੀ ਰਿਵਾਜਾਂ ਦੇ ਨਾਲ, ਕਦਰਾਂ ਕੀਮਤਾਂ ਦੇ ਨਾਲ, ਆਪਣੇ ਵਿਰਸੇ ਨਾਲ, ਆਪਣੇ ਸੱਭਿਆਚਾਰ ਨਾਲ ਪਿਆਰ ਕਰਿਆ ਕਰੋ। ਇਹ ਸੋਚਿਆ ਕਰੋ ਕਿ ਅਸੀਂ ਕਿਸੇ ਤੋਂ ਹੀਣੇ ਨਹੀਂ ਹੈਗੇ। ਜੇ ਆਪਣਾ ਇਤਿਹਾਸ ਦੇਖਦੇ ਹਾਂ, ਤੁਸੀਂ ਸਿੱਖ ਇਤਿਹਾਸ ਦੇਖ ਲਓ ਜਾਂ ਪੰਜਾਬ ਇਤਿਹਾਸ ਦੇਖ ਲਓ, ਤਾਂ ਅਸੀਂ ਕਿਸੇ ਦੇ ਨਾਲ ਹੋਏ ਧੱਕੇ ਦੇ ਉਲਟ ਤਾਂ ਜ਼ਰੂਰ ਖੜ੍ਹੇ ਹਾਂ, ਪਰ ਧੱਕਾ ਕਰਨ ਵਾਲਿਆਂ 'ਚ ਸ਼ਾਮਲ ਨਹੀਂ ਹੈਗੇ। ਸੋ ਕਈ ਵਾਰੀ ਰੀਸ ਕਰਦੇ ਕਰਦੇ ਜੀ ਸਾਨੂੰ ਆਹ ਬਹੁਤ ਪਸੰਦ ਹੈ, ਸ਼ਾਂਤੀ ਪਸੰਦ ਬਹੁਤ ਹੈ ਲੋਕ, ਇਹ ਨਿਮਰਤਾ ਬਹੁਤ ਰੱਖਦੇ ਆ, ਹਮਦਰਦ ਬਹੁਤ ਆ। ਇਹ ਬਾਹਰੀ ਗੱਲਾਂ ਮਗਰ ਨਾ ਜਾਇਆ ਕਰੋ, ਆਪਣਾ ਦੇਖਿਆ ਕਰੋ ਵੀ ਤੁਸੀਂ ਕੀ ਆ, ਤੁਹਾਡਾ ਖਾਸਾ ਕੀ ਆ, ਤੁਹਾਡੇ ਗੁਰੂ ਸਾਹਿਬਾਨ ਨੇ, ਤੁਹਾਡੇ ਜਰਨੈਲਾਂ ਨੇ, ਤੁਹਾਡੇ ਪੰਜਾਬੀ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੇ ਕੀ ਕੀ ਕੀਤਾ ਹੋਇਆ ਚੰਗਾ, ਉਹਨੂੰ ਛੱਡ ਕੇ ਹੀਣੇ ਨਾ ਹੋਇਆ ਕਰੋ। ਆਪਣੇ ਆਪ 'ਤੇ ਮਾਣ ਜਿਹੜਾ ਕਰਨਾ ਜ਼ਰੂਰ ਸਿੱਖੋ। ਬਾਕੀ ਪੜ੍ਹੋ ਲਿਖੋ ਜ਼ਰੂਰ ਇਹਦੇ ਬਾਰੇ, ਰੈਜ਼ੀਡੈਂਸ਼ੀਅਲ ਸਕੂਲ ਬਾਰੇ ਜਿਵੇਂ ਮੈਂ ਦੱਸਿਆ ਵੀ ਯੂਟਿਊਬ ਦੇ ਉੱਤੇ ਜਿਹੜੀ ਆ ਇਹ ਗੱਲਬਾਤ ਆ, ਤੁਸੀਂ ਸਰਚ ਕਰ ਸਕਦੇ ਆ ਰੈਜ਼ੀਡੈਂਸ਼ੀਅਲ ਸਕੂਲ ਪਾ ਕੇ, ਬਹੁਤ ਕੁਝ ਤੁਹਾਨੂੰ ਇਹਦੇ ਬਾਰੇ ਜਾਣਨ ਨੂੰ ਮਿਲੂਗਾ। ਜਿਹੜੇ ਪੰਜਾਬੀ ਇੱਧਰਲੇ ਬੌਰਨ ਬੱਚੇ ਆ ਉਹ ਇਹਦੇ ਬਾਰੇ ਬਹੁਤ ਕੁਝ ਜਾਣਦੇ ਆ। ਜਿਹੜੇ ਅਸੀਂ ਪੰਜਾਬ ਤੋਂ ਆਏ ਇਮੀਗ੍ਰੈਂਟ ਆ, ਸਾਨੂੰ ਇਹਨਾਂ ਬਾਰੇ ਨਹੀਂ ਬਹੁਤਾ ਪਤਾ ਹੈਗਾ, ਇਹਨਾਂ ਬਾਰੇ ਜਾਣਨਾ ਬੜਾ ਜ਼ਰੂਰੀ ਆ। ਅਕਸਰ ਕੀ ਹੁੰਦਾ ਨਾ, ਜਦੋਂ ਅਸੀਂ ਕੋਈ ਦੇਖਦੇ ਹਾਂ ਨੇਟਿਵ, ਅਸੀਂ ਉਹਨੂੰ ਜੱਜ ਕਰਦੇ ਹਾਂ ਵੀ ਇਹ ਦੇਖੋ ਸ਼ਰਾਬੀ ਆ, ਇਹਨੇ ਨਸ਼ਾ ਕੀਤਾ ਹੋਇਆ ਆ, ਇਹ ਕੱਪੜੇ ਇਹਦੇ ਕਿੱਦਾਂ ਗੰਦੇ ਪਾਏ ਹੋ ਆ। ਪਰ ਕਦੀ ਇਹ ਸੋਚ ਕੇ ਦੇਖੋ ਵੀ ਉਹਨਾਂ ਦੀ ਹਾਲਤ ਜਿਹੜੀ ਆ ਇੱਦਾਂ ਹੋਈ ਕਿਉਂ ਆ, ਜਿਹੜੀ ਮੌਜੂਦਾ ਸਥਿਤੀ ਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਉਹ ਇੱਥੇ ਤੱਕ ਪਹੁੰਚੇ ਕਿਵੇਂ ਆ।
ਤੁਹਾਨੂੰ ਆਪਣਾ ਫਿਊਚਰ ਦੱਸੂਗਾ ਵਿੱਚ ਵੀ ਅਸੀਂ ਵੀ ਉਸ ਰਾਹ ਸਾਨੂੰ ਤੋਰਿਆ ਹੋਇਆ, ਅਤੇ ਸਾਨੂੰ ਉਹਨਾਂ ਦੇ ਨਾਲ ਹਮਦਰਦੀ ਹੋਣੀ ਚਾਹੀਦੀ ਆ। ਜੇ ਤੁਸੀਂ ਉਹਨਾਂ ਬਾਰੇ ਪੜ੍ਹ ਲਓਗੇ, ਸੁਣ ਲਓਗੇ, ਦੇਖ ਲਓਗੇ, ਤਾਂ ਮੈਂ ਗਰੰਟੀ ਕਰਦਾ ਕਿ ਜਦੋਂ ਤੁਹਾਨੂੰ ਗਾਂਹ ਕੋਈ ਨੇਟਿਵ ਮਿਲੂਗਾ, ਕਿਤੇ ਕੌਫੀ ਸ਼ਾਪ ਦੇ ਵਿੱਚ, ਕਿਤੇ ਟੈਕਸੀ ਦੇ ਵਿੱਚ ਤੁਸੀਂ ਸਫ਼ਰ ਕਰਨ ਲੱਗੇ ਆ, ਕਿਤੇ ਬੱਸ 'ਚ ਤੁਹਾਨੂੰ ਮਿਲਦਾ, ਤਾਂ ਤੁਹਾਡਾ ਅਦਬ ਦੇ ਨਾਲ ਸਿਰ ਝੁਕ ਜਾਊਗਾ, ਤੁਸੀਂ ਉਹਨੂੰ ਧੰਨਵਾਦ ਕਹੋਗੇ ਕਿ ਅਸੀਂ ਤੁਹਾਡੀ ਧਰਤੀ ਦੇ ਉੱਤੇ ਰਹਿ ਰਹੇ ਹਾਂ। ਸੋ ਜ਼ਰੂਰ ਪੜ੍ਹਿਓ, ਲਿਖਿਓ, ਸੁਣਿਓ। ਨਾਲ ਗੱਲ ਕਰਦੇ ਹਾਂ ਆਪਾਂ BC ਦੇ ਵਿੱਚ ਟਰੱਕ ਚਾਲਕਾਂ ਦੀ ਜਿਹੜੀ ਪੋਰਟ ਦੇ ਉੱਤੇ ਪ੍ਰੋਬਲਮ ਆ ਬਹੁਤ ਲੰਮੀ ਆ। ਪਿਛਲੇ 7-8 ਸਾਲ ਤੋਂ ਅੱਡ ਸਰਕਾਰਾਂ ਦੇ ਨਾਲ, ਪੋਰਟ ਅਥਾਰਟੀ ਨਾਲ, ਪੋਰਟ ਕਮਿਸ਼ਨਰ ਦੇ ਨਾਲ ਇਹ ਜੂਝਦੇ ਚਲੇ ਆ ਰਹੇ ਆ, ਪਰ ਗੱਲ ਸੁਣਵਾਈ ਜਿਹੜੀ ਆ ਹੋ ਨਹੀਂ ਰਹੀ। ਮੰਗਾਂ ਉੱਥੇ ਦੀਆਂ ਉੱਥੇ ਹੀ ਹੈਗੀਆਂ, ਸਰਕਾਰਾਂ ਬਦਲ ਗਈਆਂ। ਪਹਿਲਾਂ ਕੰਜ਼ਰਵੇਟਿਵ ਸਰਕਾਰ ਸੀ, ਕੈਨੇਡਾ ਵਿੱਚ ਲਿਬਰਲ ਆ ਗਈ। BC ਦੇ ਵਿੱਚ ਲਿਬਰਲ ਸਰਕਾਰ ਸੀਗੀ ਤਾਂ ਉਹਦੀ ਥਾਂ NDP ਆ ਗਈ, ਪਰ ਮਸਲੇ ਉੱਥੇ ਦੇ ਉੱਥੇ ਖੜ੍ਹੇ ਆ। ਲੌਬਿੰਗ ਦੇ ਜ਼ਰੀਏ ਕੁਝ ਗੱਲਾਂ ਜਿਹੜੀਆਂ ਮੰਨ ਹੋਈਆਂ ਆ, ਪਰ ਬਹੁਤੇ ਮਸਲੇ ਉੱਥੇ ਹੀ ਆ। ਅਤੇ ਇਸੇ ਕਰਕੇ ਸਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਕੱਠ ਜਿਹੜਾ ਆ ਮੈਦਾਨ ਦੇ ਵਿੱਚ ਇਹਨਾਂ ਟਰੱਕ ਚਾਲਕਾਂ ਵੱਲੋਂ ਕੀਤਾ ਗਿਆ। ਦੱਸਿਆ ਕਿ 1.5-2 ਲੱਖ ਲਾ ਕੇ ਟਰੱਕ ਜਿਹੜੇ ਆ ਉਹ ਖੜ੍ਹੇ ਆ, ਕੰਮ ਜਿਹੜਾ ਨਹੀਂ ਮਿਲ ਰਿਹਾ, ਭਾਈ ਭਤੀਜਾਵਾਦ ਹੋ ਰਿਹਾ ਵਿੱਚ। ਅਤੇ ਨਾਲ ਦੀ ਨਾਲ ਜਿਹੜੀ ਆਫ ਡੋਕ ਜਿਹੜੀ ਆ ਕੰਮ ਦਿੱਤਾ ਜਾ ਰਿਹਾ, ਜਿਹੜੇ ਲੋਕਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਉਹਨੂੰ ਦਿੱਤਾ ਜਾ ਰਿਹਾ। ਇਹਦੇ ਕਰਕੇ ਜਿਹੜੇ ਇਹ ਵਰਕਰ ਯੂਨੀਅਨਾਈਜ਼ ਨੇ, ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਤਨਖਾਹਾਂ ਘੱਟ ਗਈਆਂ, ਆਮਦਨ ਘੱਟ ਗਈ ਆ। ਸਰਕਾਰ ਸੁਣੇ। ਸੋ ਸਰਕਾਰ ਜਿਹੜੀ ਆ ਇਸ ਵੇਲੇ BC ਵਿੱਚ NDP ਦੀ ਸਰਕਾਰ ਆ, ਅਤੇ ਉੱਪਰ ਕੈਨੇਡਾ ਵਿੱਚ ਲਿਬਰਲ ਦੀ ਸਰਕਾਰ ਆ। ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸੰਸਦ ਮੈਂਬਰਾਂ ਨੂੰ, MLA ਨੂੰ ਸੱਦਾ ਭੇਜਿਆ ਗਿਆ ਸੀਗਾ ਕਿ ਤੁਸੀਂ ਪਹੁੰਚੋ, ਪਰ ਕੋਈ ਵੀ ਨਹੀਂ ਆਇਆ। ਅਤੇ ਉਹ ਲੋਕ ਜਿਹੜੇ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਜਾਵੇ ਅਸੀਂ 1 ਘੰਟੇ 'ਚ ਸਾਰੇ ਮਸਲੇ ਹੱਲ ਕਰ ਦੇਵਾਂਗੇ, ਉਹਨਾਂ ਨੇ ਆਉਣਾ ਮੁਨਾਸਿਬ ਨਹੀਂ ਸਮਝਿਆ। ਸਮੇਂ ਦੀ ਕਹਿੰਦੇ ਘਾਟ ਆ, ਜਿਹੜੀ ਗੱਲ ਕਰਨੀ ਆ ਜ਼ੂਮ ਦੇ ਰਾਹੀਂ ਜਾਂ ਫੋਨ ਦੇ ਰਾਹੀਂ ਆਪਾਂ ਕਰ ਸਕਦੇ ਹਾਂ। ਇਸ ਗੱਲ ਲਈ ਇਹ ਗੁੱਸਾ ਪਾਇਆ ਜਾ ਰਿਹਾ ਟਰੱਕ ਚਾਲਕਾਂ ਦੇ ਵਿੱਚ। ਆਗਾਮੀ ਵੀਰਵਾਰ ਤੱਕ ਕਹਿੰਦੇ ਅਸੀਂ ਉਡੀਕ ਕਰਨੀ ਆ, ਉਦੋਂ ਬਾਅਦ ਕੋਈ ਐਕਸ਼ਨ ਪਲਾਨ ਜਿਹੜਾ ਇਸ ਸੰਬੰਧੀ ਦੱਸਿਆ ਜਾਵੇਗਾ। BC ਦੇ ਵਿੱਚ ਤਨਖਾਹਾਂ ਵਧਣ ਜਾ ਰਹੀਆਂ। ਜਿਹੜੀ ਮਿਨੀਮਮ ਵੇਜ ਹੈਗੀ ਆ BC ਵਿੱਚ $14.60 ਤੋਂ ਵਧਾ ਕੇ $15.20 ਕੀਤੀ ਜਾ ਰਹੀ ਆ। ਸੋ 60 ਸੈਂਟ ਜਿਹੜੀ ਹੈ ਰੇਜ਼ ਮਿਲਣ ਲੱਗੀ ਆ। ਇਹਦੇ ਨਾਲ ਕੀ ਹੋਣਾ ਕਿ ਜਿਹੜੇ ਬੱਚੇ ਚਾਹੇ ਪੰਜਾਬ ਤੋਂ ਆਏ ਨੇ, ਚਾਹੇ ਇੱਥੇ ਵਾਲੇ ਬੋਰਨ ਆ, ਜਿਹੜੇ ਸ਼ੁਰੂਆਤੀ ਕੰਮਾਂ 'ਚ ਲੱਗਦੇ ਆ, ਜਿਵੇਂ ਕੋਈ ਮੈਕਡੋਨਲਡ 'ਚ ਲੱਗ ਗਿਆ, ਕੋਈ ਟਿਮ ਹੋਟਲ 'ਤੇ ਲੱਗ ਗਿਆ, ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਿਹਾ, ਕਿਸੇ ਗਰੋਸਰੀ ਸਟੋਰ 'ਚ ਕਰ ਰਿਹਾ, ਉਹਨਾਂ ਨੂੰ ਕਾਫੀ ਫਰਕ ਪੈਂਦਾ। ਜਿਉਂ ਤਜਰਬਾ ਤੁਹਾਡਾ ਵਧੀ ਜਾਂਦਾ, ਤਨਖਾਹ ਇੱਥੇ ਵਧੀ ਜਾਂਦੀ ਆ। ਪਰ ਜਿਹੜੇ ਮੁੱਢਲੇ ਕੰਮ 'ਤੇ ਲੱਗਦੇ ਲੋਕ ਨੇ, ਉਹਨਾਂ ਵਾਸਤੇ ਚੰਗੀ ਖਬਰ ਆ ਕਿ 60 ਸੈਂਟ ਜਿਹੜੀ ਪ੍ਰਤੀ ਘੰਟਾ ਤਨਖਾਹ ਆ ਉਹ ਕੱਲ੍ਹ ਤੋਂ ਵੱਧ ਜਾਣੀ ਆ। ਮੰਗਲਵਾਰ ਤੋਂ 1 ਜੂਨ ਤੋਂ $15.20 ਪ੍ਰਤੀ ਘੰਟਾ ਹੁਣ ਘੱਟੋ ਘੱਟ ਮਿਲਿਆ ਕਰਨਗੇ। ਉਦੋਂ ਬਾਅਦ ਜਿੰਨਾ ਤੁਹਾਨੂੰ ਤਜਰਬਾ ਆ ਉਹਦੇ ਹਿਸਾਬ ਨਾਲ ਤਨਖਾਹ ਮਿਲ ਸਕਦੀ ਆ। BC ਦੇ ਵਿੱਚ ਇਸ ਵੇਲੇ ਕੰਮਾਂ ਦੀ ਕੋਈ ਛੂਟ ਨਹੀਂ ਹੈਗੀ, ਤੋਟ ਨਹੀਂ ਹੈਗੀ, ਅਤੇ ਹਾਕਾਂ ਪੈਂਦੀਆਂ ਕੰਸਟਰਕਸ਼ਨ ਦੇ ਕੰਮ ਦੇ ਵਾਸਤੇ। ਸ਼ੁਰੂਆਤੀ ਤੌਰ ਦੇ ਵਿੱਚ ਚੰਗੇ ਪੈਸੇ ਜਿਹੜੇ ਆ ਮਿਲ ਰਹੇ ਆ, ਤਜਰਬੇ ਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਪੈਸੇ ਜਿਹੜੇ ਆ ਮਿਲ ਰਹੇ ਆ। ਇਹ ਗੱਲ ਵੱਖਰੀ ਆ ਕਿ ਮਹਿੰਗਾਈ ਇੰਨੀ ਆ ਕਿ ਜਿਹੜੇ ਪੈਸੇ ਬਹੁਤ ਲੱਗਦੇ ਆ ਉਹਨਾਂ ਦੇ ਨਾਲ ਵੀ ਘਰ ਮਸੀਂ ਚੱਲਦਾ ਆ, ਪਰ ਫਿਰ ਵੀ ਜਿਹੜੀ ਆ ਤਨਖਾਹ 60 ਸੈਂਟ ਪ੍ਰਤੀ ਘੰਟਾ ਵੱਧ ਰਹੀ ਆ। ਦਿੱਲੀ ਹਾਈ ਕੋਰਟ ਦੀ ਗੱਲ ਕਰੀਏ ਤਾਂ ਦਿੱਲੀ ਹਾਈ ਕੋਰਟ ਨੇ 2 ਫੈਸਲੇ ਅੱਜ ਕੀਤੇ ਆ। ਦੋਨੇ ਫੈਸਲੇ ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਗਏ ਆ। ਪਹਿਲਾ ਫੈਸਲਾ ਜਿਹੜਾ ਕਿ ਟਵਿੱਟਰ ਵੱਲੋਂ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀਗੀ ਕਿ ਜਿਹੜੇ ਸਰਕਾਰੀ ਨੇਮ ਨਵੇਂ ਬਣਾਏ ਗਏ ਆ, ਇਹਨਾਂ ਨੂੰ ਮੰਨਣ ਦੇ ਵਾਸਤੇ ਛੋਟ ਮਿਲਣੀ ਚਾਹੀਦੀ ਆ। ਪਰ ਜਿਹੜੀ ਜਸਟਿਸ ਰੇਖਾ ਪੱਲੀ ਦੀ ਅਦਾਲਤ ਹੈ, ਉਹਨਾਂ ਨੇ ਕਿਹਾ ਵੀ ਨਹੀਂ, ਸਰਕਾਰ ਨੇ ਜਿਹੜੇ ਕਾਨੂੰਨ ਵੀ ਸੋਸ਼ਲ ਮੀਡੀਆ ਦੇ ਵਾਸਤੇ ਬਣਾਏ ਹੈਗੇ ਆ, ਨਵੇਂ ਸੂਚਨਾ ਤਕਨੀਕੀ ਐਕਟ ਦੇ ਅਧੀਨ ਬਣਾਏ ਹੈਗੇ ਆ, ਇਹਨਾਂ ਨਿਯਮਾਂ ਦੇ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਚਾਹੇ ਸੋਸ਼ਲ ਮੀਡੀਆ ਪਲੇਟਫਾਰਮ ਕੋਈ ਵੀ ਆ, ਉਹ ਇਹਨਾਂ ਨੂੰ ਮੰਨਣਾ ਪਊਗਾ। ਸੋ ਹੁਣ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਵੀ ਤੁਹਾਡੀ ਪ੍ਰਾਈਵੇਸੀ ਜਾ ਸਕਦੀ ਆ, ਤੁਹਾਡੇ ਬਾਰੇ ਹੋਰ ਸਾਰਾ ਕੁਝ ਸਰਕਾਰ ਪਤਾ ਕਰ ਸਕਦੀ ਆ, ਉਹ ਗੱਲਾਂ ਸੱਚ ਸਾਬਤ ਹੋਣ ਜਾ ਰਹੀਆਂ ਆ। ਅਤੇ ਟਵਿੱਟਰ ਦੀ ਜਿਹੜੀ ਪਟੀਸ਼ਨ ਆ ਉਹਨੂੰ ਵੀ ਟਿੱਚ ਜਾਣਿਆ ਅਦਾਲਤ ਨੇ। ਦੂਜੇ ਪਾਸੇ ਇੱਕ ਪਟੀਸ਼ਨ ਹੋਰ ਪਾਈ ਗਈ ਸੀਗੀ ਕਿ ਇੱਥੇ ਇੱਕ ਪਾਸੇ ਲੋਕ ਕਰੋਨਾ ਨਾਲ ਮਰ ਰਹੇ ਆ, ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ, ਮੁਲਕ ਦੇ ਵਿੱਚ ਪੈਸੇ ਦੀ ਕਮੀ ਆ, ਅਤੇ ਦੂਜੇ ਪਾਸੇ ਸੈਂਟਰਲ ਵਿਸਟਾ ਪ੍ਰੋਜੈਕਟ ਜਿਹੜਾ ਆ ਇੱਕ ਰਿਹਾਇਸ਼ ਬਹੁਤ ਵੱਡੀ ਜਿਹੜੀ ਆ, ਅਤੇ ਨਾਲ ਹੋਰ ਪ੍ਰੋਜੈਕਟ ਉਹਦੀ ਉਸਾਰੀ ਦਾ ਕੰਮ ਹੋ ਰਿਹਾ, ਜਿਹਦੇ ਉੱਤੇ ਕਿ 500 ਮਜ਼ਦੂਰ ਲੱਗੇ ਹੋਏ ਆ। ਉਹਨਾਂ ਨੂੰ ਕਰੋਨਾ ਦੀ ਕੋਈ ਪਰਵਾਹ ਨਹੀਂ ਹੈਗੀ, ਇਕੱਠੇ ਕੰਮ ਕਰ ਰਹੇ ਆ। ਅਰਬਾਂ ਰੁਪਏ ਜਿਹੜੇ ਉੱਤੇ ਖਰਚ ਕੀਤੇ ਜਾ ਰਹੇ, ਤੇ ਰੋਕ ਲਾਈ ਜਾਵੇ। ਅਦਾਲਤ ਨੇ ਕਿਹਾ ਵੀ ਇਹ ਗੱਲ ਗਲਤ ਆ, ਇਹ ਤਾਂ ਪ੍ਰੋਜੈਕਟ ਜਿਹੜਾ ਸਿਰੇ ਲੱਗ ਕੇ ਹਟੂਗਾ। ਉਲਟਾ ਜਿਹੜਾ ਪਟੀਸ਼ਨ ਕਰਨ ਵਾਲਾ ਸੀ ਉਹਨੂੰ 1 ਲੱਖ ਰੁਪਈਆ ਜਿਹੜਾ ਜੁਰਮਾਨਾ ਲਾ ਦਿੱਤਾ ਅਦਾਲਤ ਨੇ। ਉਹ ਕਹਿੰਦੇ ਵੀ ਤੁਸੀਂ ਜਿਹੜਾ ਆ ਇਸ ਪ੍ਰੋਜੈਕਟ ਨੂੰ ਜਾਣ ਬੁੱਝ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਦੋਨੇ ਖਬਰਾਂ ਜਿਹੜੀਆਂ ਸੀਗੀਆਂ, ਦੋਨੇ ਇਹ ਪਟੀਸ਼ਨਾਂ ਸੀਗੀਆਂ, ਸਰਕਾਰ ਦੇ ਹੱਕ ਦੇ ਵਿੱਚ ਅਦਾਲਤ ਨੇ ਜਿਹੜੀਆਂ ਭੁਗਤਾ ਦਿੱਤੀਆਂ। ਬਾਕੀ ਜਿਹੜੀ ਗੱਲ ਸੁਣਨੋਂ ਜਿਹੜੀ ਆ ਮਨ੍ਹਾ ਕਰ ਦਿੱਤਾ ਜੀ। ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਆ,
ਕਿਸਾਨ ਅੰਦੋਲਨ ਦੇ ਉੱਥੇ ਕਿਸਾਨ ਮੋਰਚੇ ਦੇ ਗਰਮੀ ਬੜੀ ਵਧੀ ਹੋਈ ਆ। ਦੂਜੇ ਪਾਸੇ ਜਿਹੜੀ ਜਗਰਾਹਾਂ ਯੂਨੀਅਨ ਨੇ ਹੋਰ ਆਗੂ ਨੇ, ਇਹਨਾਂ ਨੇ ਪਟਿਆਲੇ ਜਿਹੜਾ ਇੱਕ ਘਰਾਓ ਦਾ ਪ੍ਰੋਗਰਾਮ ਲਿਖਿਆ ਹੋਇਆ ਸੀਗਾ, 3 ਦਿਨ ਜਿਹੜਾ ਘਰਾਓ ਉੱਥੇ ਚੱਲਿਆ। ਸੋ ਇਸ ਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਰਾਹਾਂ ਨੇ ਕਿਹਾ ਕਿ ਕੇਂਦਰੀ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਇਹਨਾਂ ਨੂੰ ਆਪਣਾ ਹੱਥ ਛੱਡ ਦੇਣਾ ਚਾਹੀਦਾ ਆ। 6 ਮਹੀਨੇ ਜਿਹੜੇ ਪੂਰੇ ਹੋ ਗਏ ਆ, ਦੇਸ਼ ਭਰ ਤੋਂ ਕਿਸਾਨ ਜਿਹੜੇ ਆ ਉਹ ਮੋਰਚਿਆਂ ਦੇ ਉੱਤੇ ਬੈਠੇ ਆ, ਅਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਕਦੀ ਵੀ ਜਿੱਤੇ ਬਿਨਾਂ ਜਿਹੜਾ ਆ ਵਾਪਸ ਨਹੀਂ ਜਾਣਾ। ਉਹਨਾਂ ਨੇ ਕਿਹਾ ਕਿ ਸਾਡੇ 'ਤੇ ਦੋਸ਼ ਲਾਏ ਗਏ ਕਿ ਕਿਸਾਨ ਜਿਹੜੇ ਆ ਕਰੋਨਾ ਫੈਲਾ ਰਹੇ ਆ। ਜੇ ਦੋਸ਼ ਸੱਚ ਹੁੰਦੇ, ਜਿਹੜੇ ਕਿ ਦੋਸ਼ ਪੰਜਾਬ, ਹਰਿਆਣਾ ਅਤੇ ਕੇਂਦਰ ਦੀ ਸਰਕਾਰ ਵੱਲੋਂ ਫੈਲਾਏ ਗਏ, ਇਲਜ਼ਾਮ ਲਾਏ ਗਏ, ਤਾਂ ਕਹਿੰਦੇ ਅੱਜ ਕਿਸਾਨ ਮੋਰਚੇ ਦੇ ਵਿੱਚ ਮੌਤਾਂ ਹੀ ਮੌਤਾਂ ਹੁੰਦੀਆਂ ਸਾਰੇ ਪਾਸੇ, ਜਦੋਂ ਕਿ ਅਜਿਹਾ ਨਹੀਂ ਹੋਇਆ। ਜਿਹਦਾ ਕਾਰਨ ਸੀਗਾ ਕਿਸਾਨ ਬੜੇ ਜ਼ਿੰਮੇਵਾਰ ਨੇ, ਉਹ ਬੜੇ ਹੀ ਕਰੋਨਾ ਦੇ ਪ੍ਰਤੀ ਸਾਵਧਾਨ ਨੇ ਅਤੇ ਬਚਾਅ ਰੱਖ ਰਹੇ ਆ। ਅਤੇ ਇਸੇ ਦੌਰਾਨ ਉਗਰਾਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਨਾਲ ਮਿਲ ਕੇ ਚੱਲਣ ਵਾਲਾ ਦੱਸਿਆ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿ ਰਹੇ ਆ ਕਿ ਮੈਂ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਦੇਖੋ ਸਰਬਸੰਮਤੀ ਨਾਲ ਵਿਧਾਨ ਸਭਾ 'ਚ ਮਤਾ ਹੀ ਪਾਸ ਕਰਾਤੇ, ਪਰ ਦੂਜੇ ਪਾਸੇ 2013 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਜਿਹੜਾ ਕਿਸਾਨ ਵਿਰੋਧੀ ਐਕਟ ਪਾਸ ਹੋਇਆ ਆ, ਉਹ ਸਰਕਾਰ ਨੇ ਹਾਲੇ ਤੱਕ ਰੱਦ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਉਹੀ ਕੁਛ ਕਰ ਰਿਹਾ ਜੋ ਉਹਨੂੰ ਮੋਦੀ ਕਰਨ ਨੂੰ ਕਹਿ ਰਿਹਾ। ਇਸੇ ਕਰਕੇ ਪਟਿਆਲੇ ਦੇ ਵਿਖੇ ਇਹ 3 ਦਿਨਾਂ ਦਾ ਜਿਹੜਾ ਧਰਨਾ ਲਾਇਆ ਗਿਆ ਸੀਗਾ। ਧਰਨੇ ਦੀ ਸਮਾਪਤੀ ਦੇ ਉੱਤੇ ਰਾਹਾਂ ਨੇ ਇਹ ਵੀ ਕਿਹਾ ਕਿ ਇਸ ਧਰਨੇ ਦੇ ਵਿੱਚ ਜਿਹੜੀ ਹਾਜ਼ਰੀ ਆ ਜਾਣ ਕੇ ਘੱਟ ਰੱਖੀ ਆ। ਇਹ ਨਹੀਂ ਸਾਡੇ ਕੋਲ ਕੇਡਰ ਦੀ ਕਮੀ ਆ ਜਾਂ ਕਿਸਾਨਾਂ ਦੀ ਕਮੀ ਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਇਕੱਠ ਵੱਡਾ ਹੋਵੇ, ਕਰੋਨਾ ਫੈਲੇ ਅਤੇ ਕੱਲ੍ਹ ਨੂੰ ਫਿਰ ਸਾਡੇ ਦੋਸ਼ ਲੱਗੇ। ਇਸ ਕਰਕੇ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਆ, ਕਿਉਂਕਿ ਸੱਦੇ ਹੀ ਘੱਟ ਗਏ ਸੀਗੇ। ਪੰਜਾਬ ਦੇ ਕਾਂਗਰਸੀਆਂ ਦੇ ਵਿੱਚ ਚੱਲ ਰਹੀ ਖਿੱਦੋ ਖੂੰਡੀ ਦੀ ਖੇਡ ਜਿਹੜੀ ਆ ਦਿੱਲੀ ਦਰਬਾਰ ਪਹੁੰਚੀ ਹੋਈ ਆ। ਦਿੱਲੀ ਦਰਬਾਰ ਵੱਲੋਂ ਸੋਨੀਆ ਗਾਂਧੀ ਦੀ 3 ਵਿਸ਼ਵਾਸ ਪੱਤਰ ਜਿਹੜੇ ਅੰਪਾਇਰ ਬਣਾਏ ਗਏ ਵੀ ਤੁਸੀਂ ਇਸ ਮੈਚ ਨੂੰ ਕਿਤੇ ਸਿਰੇ ਬੰਨੇ ਲਾਓ। ਸੋ ਮਲਕ ਅਰਜਨ ਖੜਗੇ, ਹਰੀਸ਼ ਰਾਵਤ ਅਤੇ JP ਅਗਰਵਾਲ 3 ਕਾਂਗਰਸੀ ਆਗੂ ਨੇ ਜੋ ਪੰਜਾਬ ਦੇ ਵਿੱਚ ਚੱਲ ਰਹੀ ਇਸ ਖੇਡ ਨੂੰ ਸੂਤ ਕਰਨ ਦੇ ਚੱਕਰਾਂ ਵਿੱਚ ਆ। MLA ਦੀ ਮੰਤਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ, ਸੁਣੀ ਜਾ ਰਹੀ ਆ। ਬੀਤੇ ਦਿਨੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਜਾ ਕੇ ਆਪਣਾ ਪੱਖ ਦੱਸ ਕੇ ਆਏ ਆ। ਹੁਣ ਜਿਹੜੀਆਂ ਖਬਰਾਂ ਦਿੱਲੀ ਜਿਹੜੀਆਂ ਅੰਦਰੋਂ ਆ ਰਹੀਆਂ, ਉਹ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੋਨੀਆ ਗਾਂਧੀ, ਅਤੇ ਨਾ ਹੀ ਨਵਜੋਤ ਸਿੱਧੂ ਨੂੰ ਜਿਹੜਾ ਆ ਉਹ ਨਾਰਾਜ਼ ਕਰਨਾ ਚਾਹੁੰਦੀ ਆ। ਇੱਥੇ ਇੱਕ ਸਾਂਝਾ ਜਿਹੜਾ ਆ ਫਾਰਮੂਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2 ਉਪ ਮੁੱਖ ਮੰਤਰੀ ਬਣਾ ਦਿੱਤੇ ਜਾਣ, ਜਿਹੜੇ ਦੇ ਵਿੱਚੋਂ ਇੱਕ ਉਪ ਮੁੱਖ ਮੰਤਰੀ ਜਿਹੜਾ ਆ ਉਹ ਨਵਜੋਤ ਸਿੱਧੂ ਉਹਨਾਂ ਨੂੰ ਬਣਾ ਦਿੱਤਾ ਜਾਵੇ, ਤਾਂ ਕਿ ਜਿਹੜਾ ਆ ਉਹ ਇਦੂ ਘੱਟ ਅਹੁਦਾ ਲੈ ਕੇ ਕਾਂਗਰਸ ਦੇ ਵਿੱਚ ਰਹਿਣ ਲਈ ਤਿਆਰ ਨਹੀਂ ਹੈਗੇ, ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ਜਿਹੜੀ ਆ ਖਿੱਦੋ ਵਾਂਗੂ ਖਿੱਲਰ ਨੂੰ ਬਚ ਜਾਵੇ। ਇਸ ਤਰ੍ਹਾਂ ਅਹੁਦਿਆਂ ਦੀ ਵੰਡ ਕਰਕੇ ਜਿਹੜਾ ਆ ਬਚਾਉਣ ਦੀ ਕੋਸ਼ਿਸ਼ ਕਾਂਗਰਸ ਨੂੰ ਕੀਤੀ ਜਾ ਰਹੀ ਹੈ। ਸੋ ਇਹ ਗੱਲ ਗਾਂਹ ਕਿੰਨੀ ਕੁ ਲੱਗਦੀ ਆ, ਇਹਦੇ ਵਾਸਤੇ ਹਜੇ ਅੱਗੇ ਚੱਲ ਕੇ ਪਤਾ ਲੱਗੂ ਕਿ ਹਰ ਰੋਜ਼ ਕੋਈ ਨਾ ਕੋਈ ਵਿਧਾਇਕ, ਕੋਈ ਨਾ ਕੋਈ ਮੰਤਰੀ ਜਿਹੜਾ ਆ ਉਹ ਆ ਜਾ ਕੇ ਇੱਥੇ ਦਿੱਲੀ ਇਹਨਾਂ ਤਿੰਨਾਂ ਦੇ ਕੋਲ ਆਪਣੇ ਦਿਲ ਦੀ ਭਾਫ ਜਿਹੜੀ ਆ ਕੱਢ ਕੇ ਆਉਂਦਾ ਆ, ਦੱਸ ਕੇ ਆਉਂਦਾ ਆ। ਉਤੋਂ ਅੰਦਾਜ਼ਾ ਲਾ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਕਿੰਨੇ ਕੁ ਤਾਕਤਵਰ ਆ, ਨਵਜੋਤ ਸਿੱਧੂ ਦਾ ਪਰਲਾ ਕਿੰਨਾ ਕੁ ਭਾਰੀ ਆ, ਉਸ ਹਿਸਾਬ ਦੇ ਨਾਲ ਜਿਹੜੀ ਆ ਉਹ ਅਹੁਦਿਆਂ ਦੀ ਵੰਡ ਕੀਤੀ ਜਾ ਸਕਦੀ ਆ। ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼ਹੀਦੀ ਹਫ਼ਤੇ ਦੀ। ਜੂਨ 84 ਇੱਕ ਅਜਿਹਾ ਘੱਲੂਘਾਰਾ ਜਿਹਨੂੰ ਕਿ ਸਿੱਖ ਕਦੀ ਭੁੱਲ ਨਹੀਂ ਸਕਦੇ। ਸਿੱਖਾਂ ਨੇ ਪਹਿਲਾ ਘੱਲੂਘਾਰਾ ਹੰਢਾਇਆ, ਦੂਜਾ ਘੱਲੂਘਾਰਾ ਹੰਢਾਇਆ, ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਤੀਜਾ ਘੱਲੂਘਾਰਾ ਜਿਹੜਾ ਆ ਉਹ ਹੰਢਾਇਆ, ਜਿਹਦਾ ਕਿ ਦਰਦ ਹਜੇ ਹੁਣ ਤੱਕ ਮਹਿਸੂਸ ਕਰ ਰਹੇ ਹਾਂ। ਇਹ ਇੱਕ ਅਜਿਹਾ ਜ਼ਖਮ ਆ ਜਿਹੜਾ ਕਿ ਹਰ ਸਾਲ ਤਾਜ਼ਾ ਹੋ ਜਾਂਦਾ। ਬਹੁਤ ਲੋਕ ਅਜਿਹੇ ਆ ਜਿਹੜੇ ਕਿ ਇਸ ਦਰਦ ਨੂੰ 365 ਦਿਨ ਮਹਿਸੂਸ ਕਰਦੇ ਆ। ਸਿਰਫ ਇਹ ਦਰਦ ਉਹਨਾਂ ਨੂੰ ਜੂਨ ਦੇ ਮਹੀਨੇ ਨਹੀਂ ਚੇਤੇ ਆਉਂਦਾ, 365 ਦਿਨ ਚੇਤੇ ਰਹਿੰਦਾ ਆ, ਅਤੇ ਇਹ ਅਕਸਰ ਉਹਨਾਂ ਨੂੰ ਜਿਹੜਾ ਆ ਇਹ ਵਿਰਾਗ ਦੇ ਵਿੱਚ ਲੈ ਜਾਂਦਾ। ਸੋ ਜੇ ਗੱਲ ਕਰੀਏ ਕੱਲ੍ਹ ਤੋਂ ਜਿਹੜਾ ਇਹ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਆ, ਤਾਂ ਲੋਕ ਪੰਚਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਦਰਬਾਰ ਸਾਹਿਬ ਵੱਲ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਜਾ ਰਹੇ ਸੀਗੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਰਤ ਸਰਕਾਰ ਜਿਹੜੀ ਆ ਉਹ ਸ਼ੈਤਾਨ ਬਣ ਚੁੱਕੀ ਆ। ਇੰਦਰਾ ਗਾਂਧੀ ਦੀ ਕਮਾਂਡ ਦੇ ਹੇਠ ਫੌਜ ਨੂੰ ਜਿਹੜੀ ਆ ਖੁੱਲ੍ਹ ਚਿੱਠੀ ਦੇ ਦਿੱਤੀ ਗਈ ਆ ਕਿ ਤੁਸੀਂ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਹੀ ਨਾਗਰਿਕਾਂ ਦਾ ਜਿਹੜਾ ਸ਼ਿਕਾਰ ਆ ਉਹ ਖੇਡ ਸਕਦੇ ਆ। ਅਤੇ ਸ਼ਾਇਦ ਇਹੀ ਕਾਰਨ ਸੀ ਕਿ ਇਸ ਦਿਨ ਨੂੰ ਚੁਣਿਆ ਗਿਆ ਜਦੋਂ ਕਿ ਉੱਥੇ ਗੁਰਪੁਰਬ ਦੇ ਉੱਤੇ ਅਕਸਰ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਆ। ਉਹ ਖਾਸ ਤੌਰ 'ਤੇ ਉੱਤੇ ਇਹ ਦਿਨ ਜਿਹੜਾ ਚੁਣਿਆ ਗਿਆ। ਸੋ ਦਰਬਾਰ ਸਾਹਿਬ ਦੇ ਬਾਰੇ ਜਦੋਂ ਹਮਲੇ ਬਾਰੇ ਜਾਣਨਾ ਚਾਹੁੰਦੇ ਆ, ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਜਿਹੜਾ ਆ ਸਰਕਾਰੀ ਨਾਂ ਦਿੱਤਾ ਗਿਆ, ਫੌਜੀ ਆਪਰੇਸ਼ਨ ਦਾ ਨਾਂ ਦਿੱਤਾ ਗਿਆ, ਆਪਰੇਸ਼ਨ ਬਲੂ ਸਟਾਰ, ਪੰਜਾਬੀ ਦੇ ਵਿੱਚ ਆਪਰੇਸ਼ਨ ਨੀਲਾ ਤਾਰਾ ਕਹਿ ਦਿੰਦੇ ਆ। ਇਹ ਸਰਕਾਰੀ ਨਾਂ ਆ, ਇਹ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਈ ਵਾਰੀ ਨਾਂ ਜਿਹੜੇ ਜ਼ੁਬਾਨ 'ਤੇ ਚੜ੍ਹੇ ਹੁੰਦੇ ਆ,
ਜਿਵੇਂ ਕਿ ਬਹੁਤਾ ਸਾਲ ਜਿਹੜੇ ਆ ਦਿੱਲੀ ਦੇ ਕਤਲੇਆਮ ਨੂੰ ਲੋਕੀ ਸਾਡੇ ਦੰਗੇ ਕਹੀ ਗਏ ਆ। ਸੋ ਇਹ ਨੈਰੇਟਿਵ ਜਿਹੜੇ ਹੁੰਦੇ ਆ ਬੜੇ ਚੇਂਜ ਕਰਨੇ ਜ਼ਰੂਰੀ ਹੁੰਦੇ ਆ। ਨਾ ਜਿਹੜੇ ਤੁਸੀਂ ਬੋਲਦੇ ਕੀ ਇਹ ਬੜਾ ਪ੍ਰਭਾਵ ਅਗਲੀਆਂ ਪੀੜ੍ਹੀਆਂ 'ਤੇ ਛੱਡਦੇ ਆ। ਸੋ ਇਹ ਜਿਹੜਾ ਸਾਡੇ ਲਈ ਤੀਜਾ ਘੱਲੂਘਾਰਾ ਸੀਗਾ, ਇਹ ਸਾਡੇ ਲਈ ਸਾਕਾ ਸੀਗਾ, ਸ਼ਹੀਦੀ ਸਾਕਾ ਸੀਗਾ, ਅੰਮ੍ਰਿਤਸਰ ਦੀ ਲੜਾਈ ਸੀ, ਬੈਟਲ ਆਫ ਅੰਮ੍ਰਿਤਸਰ ਕਹਿ ਸਕਦੇ ਹਾਂ ਇਹਨੂੰ। ਪਰ ਇਹ ਸਾਡੇ ਵਾਸਤੇ ਆਪਰੇਸ਼ਨ ਨੀਲਾ ਤਾਰਾ ਜਾਂ ਆਪਰੇਸ਼ਨ ਬਲੂ ਸਟਾਰ ਨਹੀਂ ਸੀ, ਉਹ ਇੱਕ ਸਰਕਾਰੀ ਨਾਂ ਸੀ ਜਿਹੜਾ ਕਿ ਸਾਨੂੰ ਦਬਾਉਣ ਦੇ ਵਾਸਤੇ ਜਿਹੜਾ ਵਰਤਿਆ ਗਿਆ ਸੀਗਾ। ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਮਹਿਸੂਸ ਕਰਨ ਦੇ ਵਾਸਤੇ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਬਾਰੇ ਮਹਿਸੂਸ ਕਰਨਾ ਬੜਾ ਜ਼ਰੂਰੀ ਆ ਕਿ ਦਰਬਾਰ ਸਾਹਿਬ ਸਾਡੇ ਲਈ ਕੀ ਆ। ਦਰਬਾਰ ਸਾਹਿਬ ਚਾਹੇ ਇੱਕ ਸਿੱਖ ਆ, ਚਾਹੇ ਕੋਈ ਗੈਰ ਸਿੱਖ ਜਿਹੜਾ ਉਹਦੇ ਵਿੱਚ ਉਹਦੀ ਸ਼ਰਧਾ ਆ, ਉਹੀ ਸਮਝ ਸਕਦਾ ਜਿਹੜਾ ਉੱਥੇ ਮੱਥਾ ਟੇਕਣ ਗਿਆ ਕਿ ਉੱਥੇ ਜਾ ਕੇ ਬੰਦਾ ਕਿਵੇਂ ਬਾਕੀ ਦੁਨੀਆ ਨਾਲੋਂ ਟੁੱਟ ਜਾਂਦਾ ਆ। ਇੱਕ ਉਹ ਰੂਹਾਨੀ ਥਾਂ ਜਿਹੜੀ ਕਿ ਤੁਹਾਨੂੰ ਬਾਕੀ ਸਾਰੀ ਦੁਨੀਆ ਭੁਲਾ ਦਿੰਦੀ ਆ, ਉਹਦੇ ਉੱਤੇ ਭਾਰਤੀ ਫੌਜ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਆ ਉਹ ਹਮਲਾ ਕੀਤਾ ਗਿਆ। ਸੋ ਜੇ ਜਿਹੜਾ ਹਮਲਾ ਆ ਉਹ ਦਰਬਾਰ ਸਾਹਿਬ ਦੇ ਉੱਤੇ ਨਹੀਂ, ਸਿੱਖਾਂ ਦੀ ਰੂਹ ਦੇ ਉੱਤੇ ਕੀਤਾ ਗਿਆ। ਇਹੀ ਕਾਰਨ ਆ ਕਿ ਹਰ ਸਾਲ ਜਦੋਂ ਇਹ ਦਿਨ ਆਉਂਦੇ ਆ ਤਾਂ ਜਦੋਂ ਵੀ ਇਸ ਸਾਰੇ ਸਾਲ ਦੇ ਦੌਰਾਨ ਸਿੱਖਾਂ ਨੂੰ ਇਸ ਸਾਕੇ ਦੀ ਯਾਦ ਆਉਂਦੀ ਆ ਤਾਂ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਆ ਉਹ ਨਿਕਲਣ ਨੂੰ ਕਰਦੇ ਆ। ਸੋ ਸਿੱਖਾਂ ਨੇ ਬੜੇ ਤਰੀਕੇ ਦੇ ਨਾਲ ਇਸ ਨੂੰ ਹੰਢਾ ਰਹੇ ਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਉਹ ਵੀ ਇਹ ਦਰਦ ਇੰਟਰਜਨਰੇਸ਼ਨਲ ਜਿਹੜੀਆਂ ਆ ਉਹ ਮਹਿਸੂਸ ਕਰ ਰਹੀਆਂ। ਜੋ ਦਰਦ ਉਹਨਾਂ ਦੇ ਮਾਪਿਆਂ ਨੇ ਮਹਿਸੂਸ ਕੀਤਾ ਉਹ ਦਰਦ ਗਾਹਾਂ ਬੱਚਿਆਂ ਦੇ ਵਿੱਚ ਜਾ ਰਿਹਾ ਆ। ਅਸਲੀਅਤ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਸਦਮੇ ਦੇ ਨਾਲ, ਇਸ ਵਾਰਦਾਤ ਦੇ ਨਾਲ, ਇਸ ਘਟਨਾ ਦੇ ਨਾਲ ਸਿੱਖਾਂ ਨੂੰ ਦੋਹਰਾ ਸਦਮਾ ਪਹੁੰਚਿਆ। ਇੱਕ ਤਾਂ ਜਿਹੜਾ ਉਹਨਾਂ ਦਾ ਪਵਿੱਤਰ ਮੁਕੱਦਸ ਸਥਾਨ ਜਿਹੜਾ ਉਹ ਢਾਹ ਦਿੱਤਾ ਗਿਆ। ਦੂਜਾ ਜਿਹੜਾ ਵੱਡਾ ਸਦਮਾ ਇਹ ਸੀਗਾ ਕਿ ਕੀ ਕਿਸੇ ਮੁਲਕ ਦੀ ਫੌਜ ਆਪਣੇ ਹੀ ਲੋਕਾਂ 'ਤੇ ਹਮਲਾ ਕਰ ਸਕਦੀ ਆ। ਇਹ ਜਿਹੜਾ ਸਵਾਲ ਆ ਵਾਰ-ਵਾਰ ਚਾਹੇ ਸਿੱਖ ਭਾਰਤ ਵਿੱਚ ਬੈਠਾ ਸੀਗਾ ਚਾਹੇ ਬਾਹਰ ਬੈਠਾ ਸੀਗਾ, ਉਹਦੇ ਮਨ ਵਿੱਚ ਆ ਰਿਹਾ ਸੀਗਾ ਕਿ ਇੱਦਾਂ ਕੀ ਹੋ ਸਕਦਾ ਕਿ ਦੁਸ਼ਮਣ ਮੁਲਕ ਤਾਂ ਸੀ ਨਹੀਂ, ਆਪਣੇ ਹੀ ਮੁਲਕ ਦੀ ਫੌਜ ਜਿਹੜੀ ਆ ਆਪਣੇ ਲੋਕਾਂ ਦੇ ਉੱਤੇ ਇਵੇਂ ਅਟੈਕ ਕਿਵੇਂ ਕਰ ਸਕਦੀ ਆ, ਕਿਵੇਂ ਤੋਪਾਂ ਟੈਂਕਾਂ ਦੇ ਨਾਲ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹ ਭੁੰਨੇ ਜਾ ਸਕਦੇ ਆ। ਇਸ ਜਿਹੜਾ ਸਵਾਲ ਨੇ ਸਿੱਖਾਂ ਨੂੰ ਹਾਲੇ ਤੱਕ ਬੇਹਾਲ ਜਿਹੜਾ ਕੀਤਾ ਹੋਇਆ, ਕਿਉਂਕਿ ਹਜੇ ਤੱਕ ਕੋਈ ਡਿਸਕਲੋਜ਼ਰ ਨਹੀਂ ਮਿਲਿਆ, ਕਿਸੇ ਨੇ ਇਹਦੀ ਮਾਫੀ ਨਹੀਂ ਮੰਗੀ, ਕਿਸੇ ਸਰਕਾਰ ਨੇ ਇਹਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਭਾਜਪਾ ਸਰਕਾਰ ਜਿਹੜੀ ਕਿ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦੀ ਆ, ਇਹਦੇ ਆਗੂ ਜਿਹੜੇ ਆ ਵਾਜਪਾਈ ਹੁਣਾਂ ਵਰਗੇ, ਅਡਵਾਨੀ ਵਰਗੇ ਬੜੇ ਧੜੱਲੇ ਨਾਲ ਕਹਿੰਦੇ ਰਹੇ ਆ ਕਿ ਅਸੀਂ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਕਿ ਇਹ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਜਲਦ ਤੋਂ ਜਲਦ ਕੀਤਾ ਜਾਵੇ। ਪੰਜਾਬ 'ਚ ਫੌਜ ਭੇਜਣ ਵਾਸਤੇ ਨਾਲ ਮਾਰਚ ਕੱਢੇ ਜਾਂਦੇ ਰਹੇ ਆ, ਜਿਹਦੀਆਂ ਕਿ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਹੈਗੀਆਂ ਆ। ਅੱਜ ਜਦੋਂ ਕਿ ਕਾਂਗਰਸ ਦਾ ਰਾਜ ਨਹੀਂ, ਕਾਂਗਰਸ ਜ਼ੀਰੋ ਹੋ ਚੁੱਕੀ ਆ, ਖਤਮ ਹੋਣ ਦੇ ਕੰਢੇ ਆ, ਤਾਂ ਕਿਉਂ ਨਹੀਂ ਹੁਣ ਭਾਜਪਾ ਵਾਲੇ ਮਾਫੀ ਮੰਗ ਰਹੇ? ਕਿਉਂ ਨਹੀਂ ਸਿੱਖਾਂ ਨੂੰ ਡਿਸਕਲੋਜ਼ਰ ਦਿੱਤਾ ਜਾ ਰਿਹਾ? ਕੀ ਉਹ ਕਾਂਗਰਸ ਨਾਲ ਸਹਿਮਤ ਨਹੀਂ ਹੈਗੇ? ਜੇ ਸਹਿਮਤ ਨਹੀਂ ਹੈਗੇ ਤਾਂ ਫਿਰ ਮਾਫੀ ਕਿਸ ਗੱਲੋਂ ਰੁਕੀ ਹੋਈ ਆ, ਕਿਉਂ ਨਹੀਂ ਮੰਗੀ ਜਾ ਰਹੀ? ਇਹ ਸਾਰੇ ਸਵਾਲ ਜਿਹੜੇ ਆ ਜਵਾਬ ਮੰਗਦੇ ਆ ਅਤੇ ਜਵਾਬ ਇਹ ਨਿਕਲਦਾ ਆ ਕਿ ਸਾਰੇ ਹਮਾਮ ਦੇ ਵਿੱਚ ਨੰਗੇ ਆ। ਇਹ ਜਦੋਂ ਹਮਲਾ ਕਰਨਾ ਸੀਗਾ, ਹਮਲੇ ਦੀਆਂ ਵਿਉਂਤਾਂ ਬਣਾਈਆਂ ਗਈਆਂ ਸੀਗੀਆਂ ਤਾਂ ਸਾਰੇ ਉਸ ਗੱਲ ਦੇ ਨਾਲ ਸਹਿਮਤ ਸੀਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਆਪਾਂ ਹੋਰ ਗੱਲਬਾਤਾਂ, ਕੁਝ ਹੋਰ ਦਲੀਲਾਂ, ਕੁਝ ਹੋਰ ਤਰਕ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਇੰਨਾ ਜ਼ਰੂਰ ਕਰੂੰਗਾ ਕਿ ਸਦੀਆਂ ਦੀਆਂ ਗੱਲਾਂ ਰਾਵਣ ਨੂੰ ਨਹੀਂ ਭੁੱਲੇ, ਜਿਹੜੇ ਉਹ ਸਾਨੂੰ ਕਹਿ ਰਹੇ ਆ ਕਿ 37 ਸਾਲ ਪਹਿਲਾਂ ਹੋਇਆ ਇਹ ਘੱਲੂਘਾਰਾ ਭੁੱਲ ਜਾਓ। ਸਾਕੇ ਕਦੀ ਵੀ ਭੁੱਲਣ ਯੋਗ ਨਹੀਂ ਹੁੰਦੇ, ਭੁੱਲੋਗੇ ਤਾਂ ਫਿਰ ਵਾਪਰੂਗੇ। ਇਹਦਾ ਇੱਕੋ ਇੱਕ ਇਲਾਜ ਹੈਗਾ ਆ ਕਿ ਡਿਸਕਲੋਜ਼ਰ ਮਿਲਣਾ ਚਾਹੀਦਾ ਆ। ਜੂਨ 84 ਦਰਬਾਰ ਸਾਹਿਬ ਦੇ ਉੱਤੇ ਹਮਲਾ ਨਾ ਭੁੱਲਣ ਯੋਗ ਆ, ਨਾ ਬਖਸ਼ਣ ਯੋਗ ਆ। ਰਹਿੰਦੀ ਦੁਨੀਆ ਤੱਕ ਜਿਹੜੇ ਸਿੱਖ ਆ, ਜਿਵੇਂ ਪਹਿਲੇ ਘੱਲੂਘਾਰੇ ਨੂੰ ਨਹੀਂ ਭੁੱਲੇ, ਦੂਜੇ ਘੱਲੂਘਾਰੇ ਨੂੰ ਨਹੀਂ ਭੁੱਲੇ, ਹੋਰ ਵਧੀਕੀਆਂ ਨੂੰ ਨਹੀਂ ਭੁੱਲੇ, ਤੀਜੇ ਘੱਲੂਘਾਰੇ ਨੂੰ ਵੀ ਕਦੇ ਵੀ ਭੁੱਲ ਨਹੀਂ ਸਕਦੇ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਆਪਣੇ ਬੱਚਿਆਂ ਦੇ ਨਾਲ, ਆਪਣੇ ਆਰ ਪਰਿਵਾਰ ਦੇ ਵਿੱਚ ਇਸ ਸੰਬੰਧੀ ਹੋਰ ਗੱਲਾਂ ਬਾਤਾਂ ਕਰਿਓ, ਤਾਂ ਕਿ ਜਿਹੜਾ 37 ਸਾਲਾਂ ਦੇ ਵਿੱਚ ਇੱਕ ਝੂਠ ਦੇ ਬੱਦਲ ਜਿਹੜੇ ਬਣਾਏ ਗਏ ਆ, ਅੱਡ ਅੱਡ ਤਰ੍ਹਾਂ ਦਾ ਪ੍ਰੋਪੇਗੰਡਾ ਕੀਤਾ ਗਿਆ, ਉਹਨੂੰ ਖੇਰੂ ਕਰਨ ਦੇ ਬਾਅਦ ਹੁਣ ਬਹੁਤ ਸਾਰਾ ਮਟੀਰੀਅਲ ਜਿਹੜਾ ਆ ਅਵੇਲੇਬਲ ਆ ਕਿ ਕਿਵੇਂ ਸਰਕਾਰ ਨੇ ਜਿਹੜੇ ਝੂਠ ਫੈਲਾਏ ਅਤੇ ਕਿਵੇਂ ਅਸਲੀਅਤ ਗੱਲਾਂ ਜਿਹੜੀਆਂ ਕੀ ਸੀਗੀਆਂ। ਸਰਕਾਰੀ ਜਰਨੈਲ ਜਿਹੜੇ ਜਿਨ੍ਹਾਂ ਨੇ ਜਵਾਬ ਦੇ ਦਿੱਤਾ ਕਿਸੇ ਨਾ ਵਰਗੇ, ਉਹ ਕੀ ਕਹਿੰਦੇ ਆ? ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਕਿ ਮੈਂ ਹਮਲਾ ਨਹੀਂ ਕਰਨਾ। ਅਤੇ ਜਿਹੜੇ ਉੱਥੇ ਲੋਕ ਲੜੇ ਆ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਹੜੇ ਕਿ ਮੁੱਠੀ ਭਰ ਸਿੰਘ ਸੀਗੇ, ਉਹਨਾਂ ਬਾਰੇ ਉਹ ਇਹੀ ਕਹਿੰਦੇ ਆ ਕਿ ਉਹਨਾਂ ਦਾ ਇਹ ਕਰਤੱਵ ਬਣਦਾ ਸੀਗਾ, ਫਰਜ਼ ਬਣਦਾ ਸੀਗਾ ਕਿ ਉਹ ਉਸ ਮੁਕੱਦਸ ਸਥਾਨ ਦੀ ਰਾਖੀ ਲਈ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ। ਸਮਾਂ ਆਊਗਾ, ਇਹ ਸਾਰੇ ਜਿਹੜੇ ਅਡੰਬਰ ਨੇ, ਇਹ ਪ੍ਰੋਪੇਗੰਡਾ, ਇਹ ਝੂਠ ਦੇ ਬੱਦਲ ਜਿਹੜੇ ਆ ਉਹ ਇੱਕ ਇੱਕ ਕਰਕੇ ਉੱਡਣਗੇ। ਬਹੁਤ ਸਾਰੇ ਉੱਡ ਚੁੱਕੇ ਆ, ਉੱਡਣਗੇ ਤਾਂ ਹੀ ਜੇ ਤੁਸੀਂ ਜਾਗਰੂਕ ਹੋਵੋਗੇ, ਘਰਾਂ ਵਿੱਚ ਗੱਲਾਂ ਕਰੋਗੇ, ਅਗਲੀ ਪੀੜ੍ਹੀ ਨੂੰ ਇਹਦੇ ਬਾਰੇ ਦੱਸੋਗੇ। ਕਿਉਂਕਿ ਜਿਵੇਂ ਮੈਂ ਕਿਹਾ, ਸਾਕੇ ਭੁੱਲਣ ਯੋਗ ਨਹੀਂ ਹੁੰਦੇ, ਭੁੱਲੋਗੇ ਤਾਂ ਫਿਰ ਵਾਪਰਨਗੇ। ਇਸ ਕਰਕੇ ਇਹ ਗਾਂਹ ਦੱਸਣੇ ਬੜੇ ਜ਼ਰੂਰੀ ਆ। ਇੱਥੇ ਹੀ ਅੱਜ ਦੀ ਗੱਲਬਾਤ, ਖਬਰਾਂ, ਜਾਣਕਾਰੀ, ਤਬਸਰਾ ਸਮਾਪਤ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ ਲੈ ਕੇ, ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ
ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।